ਡਾਕਟਰ ਸਰਦਾਰਾ ਸਿੰਘ ਜੌਲ ਦੀ ਪੁਸਤਕ ਰੰਗਾਂ ਦੀ ਗਾਗਰ ਦਾ ਅਗਲਾ ਲੇਖ ਹੈ ਪ੍ਰਧਾਨ ਮੰਤਰੀ ਵੇਖੀ। ਜਦ ਮੈਂ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੇ ਚੇਅਰਮੈਨ ਦੇ ਤੌਰ ਤੇ ਦਿੱਲੀ ਭਾਰਤ ਸਰਕਾਰ ਦੀ ਇਸ ਨੌਕਰੀ ਤੇ ਹਾਜ਼ਰ ਹੋਇਆ ਤਾਂ ਕਿਉਂਕਿ ਮੈਂ ਸਰਕਾਰ ਦੀ ਆਪਣੀ ਪੇਸ਼ਕਸ਼ ਤੇ ਗਿਆ ਸੀ ਤੇ ਮੈਨੂੰ ਪ੍ਰੋਫੈਸਰ ਆਫ ਐਮੀਨੈਂਸੀ ਪੋਜੀਸ਼ਨ ਵੀ ਨਾਲ ਰੱਖਣ ਦੀ ਇਜਾਜ਼ਤ ਸੀ ਤੇ ਜਿੰਨੀ ਵਾਰ ਤੇ ਜਿੰਨਾ ਚਿਰ ਮੈਂ ਚਾਹਾਂ ਲੁਧਿਆਣੇ ਰਹਿ ਸਕਦਾ ਸੀ। ਇਸ ਕਰਕੇ ਮੈਂ ਆਪਣੇ ਪ੍ਰੋਫੈਸ਼ਨਲ ਕੰਮ ਵਿੱਚ ਕੋਈ ਕਮੀ ਨਹੀਂ ਸੀ ਆਉਣ ਦਿੱਤੀ। ਜਦ ਮੈਂ 1988 'ਚ ਆਪਣੀ ਰਿਟਾਇਰਮੈਂਟ 'ਤੇ ਇਸ ਅਵਾਰਡ ਦੇ ਖਤਮ ਹੋਣ 'ਤੇ ਆਪਣੀ ਰਿਪੋਰਟ 'ਤੇ ਪਿਛਲੇ 2.5 ਸਾਲਾਂ ਦੇ ਕੰਮ ਦਾ ਵੇਰਵਾ ਦਿੱਤਾ ਤਾਂ ICR ਵਿੱਚ ਇਹ ਰਿਪੋਰਟ ਬਹੁਤ ਸਲਾਹੀ ਗਈ ਅਤੇ ਮੈਨੂੰ ਅਗਲੇ 3 ਸਾਲ ਲਈ ਇਹ ਅਵਾਰਡ ਹੋਰ ਦੇ ਦਿੱਤਾ, ਜੋ 1 ਸਾਲ ਲਈ ਇਸ ਤੋਂ ਬਾਅਦ ਵੀ ਵਧਾ ਦਿੱਤਾ ਗਿਆ। ਇਸ ਤਰ੍ਹਾਂ ਮੈਂ ਅਗਸਤ 1992 ਤੱਕ ਇਸ ਅਵਾਰਡ ਲਈ ਵਾਲੀ ਪਦਵੀ 'ਤੇ ਐਗਰੀਕਲਚਰਲ ਯੂਨੀਵਰਸਿਟੀ 'ਚ ਕੰਮ ਕਰਦਾ ਰਿਹਾ। ਮਾਰਚ 1991 ਤੱਕ ਮੈਂ ਚੇਅਰਮੈਨ ਵੀ ਰਿਹਾ ਅਤੇ ਇਸ ਤੋਂ ਬਾਅਦ ਮੈਂ ਪੱਕੇ ਤੌਰ 'ਤੇ ਲੁਧਿਆਣੇ ਆ ਗਿਆ। ਮੈਂ ਆਪਣਾ ਅਕਾਦਮਿਕ ਅਤੇ ਪ੍ਰੋਫੈਸ਼ਨਲ ਕੰਮ ਕਿਉਂਕਿ ਨਾਲ ਦੀ ਨਾਲ ਕਰਦਾ ਸੀ, ਇਸ ਕਰਕੇ ਮੈਨੂੰ ਇਸ ਪੱਖੋਂ ਉਸੇ ਤਰ੍ਹਾਂ ਕਾਨਫਰੰਸਾਂ, ਸੈਮੀਨਾਰਾਂ ਅਤੇ ਲੈਕਚਰਾਂ ਦੇ ਸੱਦੇ ਆਉਂਦੇ ਸਨ। ਇੱਕ ਵਾਰ ਮੈਂ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਵਿੱਚ ਲੜੀਵਾਰ 4 ਲੈਕਚਰ ਦਿੱਤੇ। ਇਹ ਚਾਰੇ ਲੈਕਚਰ ਇੱਕ ਕਿਤਾਬ ਦੀ ਸ਼ਕਲ ਵਿੱਚ ਬਾਅਦ ਵਿੱਚ ਛਾਪ ਦਿੱਤੇ ਗਏ। ਇਹਦਾ ਪਹਿਲਾ ਲੈਕਚਰ ਇਸ ਸੈਂਟਰ 'ਚੋਂ ਨਿਕਲਦੇ ਰਸਾਲੇ 'ਚ ਛਪ ਗਿਆ। ਇਹ ਰਸਾਲਾ ਇਸ ਸੈਂਟਰ ਦੇ ਡਾਇਰੈਕਟਰ ਸ੍ਰੀ ਰਛਪਾਲ ਮਲਹੋਤਰਾ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭੇਟ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਲੈਕਚਰ ਉੱਤੇ ਆਧਾਰਿਤ ਮੇਰਾ ਇਹ ਲੇਖ ਪੜ੍ਹਿਆ ਤਾਂ ਇੱਕ ਖੇਤਰੀ ਮੰਤਰਾਲੇ ਦੇ ਸਕੱਤਰ ਨੂੰ ਭਿਜਵਾ ਕੇ ਕਿਹਾ ਕਿ ਇਸ 'ਤੇ ਸੰਬੰਧਿਤ ਸਾਰੀਆਂ ਵਜ਼ਾਰਤਾਂ ਦੇ ਸੈਕਟਰੀਆਂ ਨੂੰ ਸੱਦ ਕੇ ਵਿਚਾਰ ਵਟਾਂਦਰਾ ਕਰਕੇ ਮੈਨੂੰ ਉਸ ਮੀਟਿੰਗ ਦੀ ਕਾਰਵਾਈ ਭੇਜੀ ਜਾਏ। ਨਤੀਜੇ ਵਜੋਂ ਸਾਰੀਆਂ ਸੰਬੰਧਿਤ ਮਿਨਿਸਟਰੀਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਵਿਕਾਸ ਸਕੱਤਰ ਪੰਜਾਬ, ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਦੇ ਸਪੈਸ਼ਲ ਸਕੱਤਰ ਮਨਟੇਕ ਸਿੰਘ ਆਹਲੂਵਾਲੀਆ ਨੇ ਵੀ ਭਾਗ ਲਿਆ। ਉਦੋਂ ਤੱਕ ਮੇਰੀ ਪ੍ਰਧਾਨਗੀ ਹੇਠ ਬਣਾਈ ਜੌਲ ਕਮੇਟੀ ਦੀ ਪੰਜਾਬ ਖੇਤੀ ਦੀ ਡਾਇਵਰਸੀਫਿਕੇਸ਼ਨ ਬਾਰੇ ਵੀ ਰਿਪੋਰਟ ਨਿਕਲ ਚੁੱਕੀ ਸੀ ਅਤੇ ਇਹ ਵੀ ਪ੍ਰਧਾਨ ਮੰਤਰੀ ਦੀ ਨਿਗਾਹ ਹੇਠੋਂ ਨਿਕਲ ਚੁੱਕੀ ਸੀ। ਮੈਂ ਇਸ ਮੀਟਿੰਗ ਵਿੱਚ 2.5 ਘੰਟੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵੱਖੋ ਵੱਖਰੇ ਮੁੱਦਿਆਂ 'ਤੇ ਭਰਵੀਂ ਬਹਿਸ ਅਤੇ ਵਿਚਾਰ ਵਟਾਂਦਰਾ ਹੋਇਆ। ਇਸ ਮੀਟਿੰਗ ਦੀ ਕਾਰਵਾਈ ਪ੍ਰਧਾਨ ਮੰਤਰੀ ਨੂੰ ਭੇਜੀ ਗਈ। ਮੈਂ ਕੁਝ ਦਿਨਾਂ ਬਾਅਦ ਦਿਲ ਦੇ ਦੌਰੇ ਨਾਲ ਬਿਮਾਰ ਹੋ ਗਿਆ ਅਤੇ 4 ਮਹੀਨੇ ਛੁੱਟੀ 'ਤੇ ਰਿਹਾ। ਮੈਂ ਸਮਝਿਆ ਮਾਮਲਾ ਖਤਮ ਹੋ ਚੁੱਕਾ ਹੈ, ਪਰ ਜਦ ਮੈਂ ਵਾਪਸ ਆਪਣੀ ਡਿਊਟੀ 'ਤੇ ਹਾਜ਼ਰ ਹੋਇਆ ਤਾਂ ਸੱਦਾ ਆਇਆ ਕਿ ਪ੍ਰਧਾਨ ਮੰਤਰੀ ਨੇ ਨਾਸ਼ਤੇ 'ਤੇ ਮੀਟਿੰਗ 'ਤੇ ਬੁਲਾਇਆ। ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਕਿ ਇਸ ਮੀਟਿੰਗ ਵਿੱਚ ਡਾਕਟਰ ਸਵਾਮੀਨਾਥਨ, ਸ੍ਰੀ ਸੁਬਰਾਮਨੀਅਮ, ਸ਼ਰਦ ਜੋਸ਼ੀ, GVK ਰਾਓ, ਵੈਦਿਆਨਾਥਨ ਅਤੇ ਮਨੋਹਰ ਸਿੰਘ ਗਿੱਲ ਸ਼ਾਮਲ ਹੋਏ। ਪ੍ਰਧਾਨ ਮੰਤਰੀ ਦੀ ਮੁੱਖ ਸਕੱਤਰ ਮਿਸਿਸ ਗਰੇਵਾਲ ਅਤੇ ਸਪੈਸ਼ਲ ਸਕੱਤਰ ਸਰਦਾਰ ਆਹਲੂਵਾਲੀਆ ਵੀ ਇਸ ਮੀਟਿੰਗ 'ਚ ਸ਼ਾਮਲ ਸਨ। ਕੁਦਰਤ ਦੀ ਖੇਡ ਹੈ ਕਿ ਉਸ ਮੀਟਿੰਗ ਵਿੱਚ ਕੁਝ ਮਸਲੇ ਐਸੇ ਉਠਾਏ ਗਏ ਜਿਨ੍ਹਾਂ ਉੱਤੇ ਮੇਰੇ ਵਿਚਾਰ ਤੇ ਟਿੱਪਣੀ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਆਈ। ਦੂਸਰੇ ਦਿਨ ਸਵੇਰੇ ਹੀ ਮੈਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਟੈਲੀਫੋਨ ਆਇਆ ਕਿ ਪ੍ਰਧਾਨ ਮੰਤਰੀ ਤੁਹਾਨੂੰ ਆਪਣੀ ਇਕਨੋਮਿਕ ਐਡਵਾਈਜ਼ਰੀ ਕੌਂਸਲ ਦਾ ਮੈਂਬਰ ਲੈਣਾ ਚਾਹੁੰਦੇ ਹਨ। ਕੀ ਤੁਸੀਂ ਇਸ ਲਈ ਸਹਿਮਤ ਹੋ? ਮੇਰੇ ਵਾਸਤੇ ਤਾਂ ਬਹੁਤ ਮਾਣ ਵਾਲੀ ਗੱਲ ਸੀ ਕਿ ਮੇਰੀ ਕਾਬਲੀਅਤ ਜੋ ਵੀ ਹੈ ਉਹਦੀ ਕਿਸੇ ਨੇ ਇਸ ਪੱਧਰ 'ਤੇ ਕਦਰ ਕੀਤੀ ਹੈ। ਇਸ ਤਰ੍ਹਾਂ ਮੈਂ ਇਸ ਬਹੁਤ ਪ੍ਰੈਸਟੀਜ ਵਾਲੀ ਕੌਂਸਲ ਦਾ ਮੈਂਬਰ ਬਣ ਗਿਆ, ਜਿਸ ਵਿੱਚ ਭਾਰਤ ਦੇ ਉੱਚ ਕੋਟੀ ਦੇ 4 ਹੋਰ ਮੈਂਬਰ ਸਨ। ਡਾਕਟਰ ਸੁਖਮੋਇਤ ਚੱਕਰਵਰਤੀ ਚੇਅਰਮੈਨ ਸਨ। ਮੈਥੋਂ ਇਲਾਵਾ ਪ੍ਰੋਫੈਸਰ KN ਰਾਜ, ਡਾਕਟਰ C ਰੰਗਰਾਜਨ ਅਤੇ ਡਾਕਟਰ ਕ੍ਰਿਤ ਪਾਰੇਖ ਮੈਂਬਰ ਸਨ। ਇਹ ਕੌਂਸਲ ਪਹਿਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਿਮਾਗ ਦੀ ਕਾਢ ਸੀ। ਉਹਦਾ ਇਹ ਢੰਗ ਸੀ ਕਿ 4-5 ਚੋਟੀ ਦੇ ਅਰਥ ਸ਼ਾਸਤਰੀਆਂ ਦੀ ਇਹ ਕੌਂਸਲ ਉਹ ਆਪਣੀ ਮਰਜ਼ੀ ਨਾਲ ਚੁਣਦੀ ਸੀ ਤਾਂ ਜੋ ਦੇਸ਼ ਦੀ ਹਰ ਪੱਖ ਤੋਂ ਆਰਥਿਕਤਾ ਬਾਰੇ ਉਹਨੂੰ ਬੇਲਾਗ, ਨਿਰਪੱਖ ਅਤੇ ਸੁਲਝੀ ਹੋਈ ਸਲਾਹ ਮਿਲ ਸਕੇ। ਇਸ ਕੌਂਸਲ ਨੂੰ ਬਾਅਦ ਵਿੱਚ ਪੱਕਿਆਂ ਪੈਰਾਂ 'ਤੇ ਕਰ ਦਿੱਤਾ। ਪ੍ਰਧਾਨ ਮੰਤਰੀ ਦੀ ਮਰਜ਼ੀ ਦੇ ਅਰਥ ਸ਼ਾਸਤਰੀ ਕੈਬਨਿਟ ਕਮੇਟੀ ਫਾਰ ਅਪਾਇੰਟਮੈਂਟਸ ਪਾਸ ਕਰਦੀ ਸੀ ਅਤੇ ਇਹ ਨਿਯੁਕਤੀਆਂ ਗਜ਼ਟ ਕੀਤੀਆਂ ਜਾਂਦੀਆਂ ਸਨ ਕਿਉਂਕਿ ਰਾਜੀਵ ਗਾਂਧੀ ਨੂੰ ਇਸ ਕੌਂਸਲ ਦੀ ਮਹੱਤਤਾ ਦਾ ਪਤਾ ਸੀ। ਉਹਨਾਂ ਦੀ ਇਸ ਕੌਂਸਲ ਦੇ ਹੁੰਦਿਆਂ ਕੋਈ ਵੀ ਵਿਅਕਤੀ, ਵਜ਼ਾਰਤ, ਅਦਾਰਾ ਜਾਂ ਪਲੈਨਿੰਗ ਕਮਿਸ਼ਨ 'ਚੋਂ ਕੋਈ ਵੀ ਪ੍ਰਧਾਨ ਮੰਤਰੀ ਪਾਸ ਐਵੇਂ ਫਰੋਟੀਆਂ ਨਹੀਂ ਸੀ ਮਾਰ ਸਕਦਾ ਕਿਉਂਕਿ ਪ੍ਰਧਾਨ ਮੰਤਰੀ ਇਸ ਕੌਂਸਲ ਨਾਲ ਵਿਚਾਰ ਵਟਾਂਦਰਾ ਕਰਕੇ ਆਰਥਿਕ ਪੱਖਾਂ 'ਤੇ ਪਾਲਿਸੀ 'ਤੇ ਪੂਰਾ ਜਾਣਕਾਰ ਲਈ ਤਿਆਰ ਹੁੰਦਾ ਸੀ। ਰਾਜੀਵ ਗਾਂਧੀ ਮੇਰੇ ਵਿਚਾਰ ਵਿੱਚ ਜਿਵੇਂ ਮੈਂ ਵੇਖਿਆ
ਇੱਕ ਮਿਕਨਾਤੀਸੀ ਸ਼ਖਸੀਅਤ ਦਾ ਮਾਲਕ ਸੀ। ਬਹੁਤ ਮੀਟਿੰਗਾਂ ਹੋਈਆਂ ਉਹਨਾਂ ਨਾਲ। ਤਰੀਕਾ ਇਹ ਸੀ ਕਿ ਕੌਂਸਲ ਵਿਚਾਰ ਵਟਾਂਦਰਾ ਕਰਕੇ ਵੱਖ-ਵੱਖ ਆਰਥਿਕ ਪੱਖਾਂ ਉੱਤੇ ਅਤੇ ਪਾਲਿਸੀ ਉੱਤੇ ਮਸ਼ਵਰਿਆਂ ਦੀ ਰਿਪੋਰਟ ਤਿਆਰ ਕਰਦੀ ਸੀ। ਇਹ ਸਿਰਫ ਪ੍ਰਧਾਨ ਮੰਤਰੀ ਵਾਸਤੇ ਹੁੰਦੀ ਸੀ, ਇਹ ਕਿਸੇ ਹੋਰ ਨੂੰ ਨਹੀਂ ਸੀ ਦਿੱਤੀ ਜਾਂਦੀ, ਕਿਉਂਕਿ ਇਸ ਵਿੱਚ ਵਿਚਾਰ ਤੇ ਟਿੱਪਣੀਆਂ ਖੁੱਲ੍ਹੇ ਤੌਰ 'ਤੇ ਬਿਨਾਂ ਕਿਸੇ ਝਿਜਕ ਜਾਂ ਸੰਕੋਚ ਤੋਂ ਹੁੰਦੀਆਂ ਸੀ, ਜੋ ਸਰਕਾਰ ਦੀ ਨੀਤੀ ਤੇ ਕਾਰਕਰਦਗੀ ਉੱਤੇ ਕਈ ਵਾਰ ਬੜੀ ਕਰਾਰੀ ਚੋਟ ਹੁੰਦੀ ਸੀ। ਇਸ ਰਿਪੋਰਟ ਨੂੰ ਪ੍ਰਧਾਨ ਮੰਤਰੀ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਇੱਕ ਮੀਟਿੰਗ ਬੁਲਾਉਂਦੇ ਸਨ। ਇਹ ਮੀਟਿੰਗ ਘਰ, ਦਫ਼ਤਰ ਜਾਂ ਪਾਰਲੀਮੈਂਟ ਅਨੈਕਸੀ ਵਿੱਚ ਇਸ ਤਰ੍ਹਾਂ ਬੁਲਾਈ ਜਾਂਦੀ ਸੀ ਕਿ ਕੋਈ ਵਿੱਚ ਵਿਘਨ ਨਾ ਪਾਏ। ਮੀਟਿੰਗ ਹਮੇਸ਼ਾ 1.5-2 ਘੰਟੇ ਦੀ ਹੁੰਦੀ ਸੀ। ਸਿਵਾਏ ਮਾਂਟੇ ਕਾਹਲੂਵਾਲੀਆ ਜਾਂ ਮਿਸਿਸ ਗਰੇਵਾਲ ਦੀ ਹੋਰ ਕੋਈ ਮੀਟਿੰਗ ਵਿੱਚ ਨਹੀਂ ਸੀ ਬੁਲਾਇਆ ਜਾਂਦਾ। ਇਹਨਾਂ ਦੋਹਾਂ ਨੂੰ ਵੀ ਬੋਲਣ ਦਾ ਹੁਕਮ ਨਹੀਂ ਸੀ ਹੁੰਦਾ। ਇਹ ਸਿਰਫ ਸੁਣਦੇ ਤੇ ਨੋਟ ਕਰਦੇ ਸਨ। ਜੋ ਫੈਸਲਾ ਹੋ ਜਾਏ ਅੱਗੇ ਸੰਬੰਧਿਤ ਮਿਨਿਸਟਰੀਆਂ ਜਾਂ ਅਧਿਕਾਰੀਆਂ ਨੂੰ ਦਿੰਦੇ ਸਨ। ਇੱਕ ਤਾਂ ਰਾਜੀਵ ਗਾਂਧੀ ਦੀ ਸ਼ਖਸੀਅਤ ਬੜੀ ਪਿਆਰੀ ਸੀ। ਦੂਸਰੇ ਵਿਚਾਰ ਵਟਾਂਦਰੇ ਵਿੱਚ ਪੂਰੀ ਤਿਆਰੀ ਨਾਲ ਇੱਕ ਪ੍ਰੋਫੈਸਰ ਵਾਂਗ ਬਹਿਸ ਕਰਦੇ ਸਨ। ਬਿਲਕੁਲ ਰਿਲੈਕਸਡ ਹੋ ਕੇ ਵਿਸ਼ੇ ਵਿੱਚ ਖੁੱਭ ਕੇ ਗੱਲ ਕਰਦੇ ਸਨ। 4 ਪ੍ਰੋਫੈਸਰਾਂ ਨਾਲ ਡਾਕਟਰ K.N. ਰਾਜ ਨੇ ਮੀਟਿੰਗ ਵਿੱਚ ਕਦੀ ਵੀ ਹਿੱਸਾ ਨਹੀਂ ਸੀ ਲਿਆ, ਪਰ ਕੌਂਸਲ ਦੀ ਅੰਦਰੂਨੀ ਮੀਟਿੰਗ ਵਿੱਚ ਜ਼ਰੂਰ ਆਉਂਦੇ ਸਨ, ਪਰ ਬੋਲਦੇ ਘੱਟ ਹੀ ਸਨ। ਇੱਕ ਪ੍ਰਧਾਨ ਮੰਤਰੀ ਦੀ 2 ਘੰਟੇ ਗੱਲਬਾਤ ਕੋਈ ਛੋਟੀ ਜਿਹੀ ਗੱਲ ਨਹੀਂ। ਸਾਨੂੰ ਵਿਚਾਰ ਵਟਾਂਦਰਾ ਕਰਦਿਆਂ ਭੁੱਲ ਹੀ ਜਾਂਦਾ ਸੀ ਕਿ ਅਸੀਂ ਇੱਕ ਪ੍ਰਧਾਨ ਮੰਤਰੀ ਨਾਲ ਬਹਿਸ ਕਰਦੇ ਹਾਂ, ਅਤੇ ਪਤਾ ਹੀ ਨਹੀਂ ਸੀ ਲੱਗਦਾ ਕਦ 1.5-2 ਘੰਟੇ ਲੱਗ ਜਾਂਦੇ ਸਨ। ਮੈਨੂੰ ਇਸ ਪ੍ਰਧਾਨ ਮੰਤਰੀ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਹਮੇਸ਼ਾ ਤਾਂਘ ਰਹਿੰਦੀ ਸੀ ਕਿ ਕਦ ਮੀਟਿੰਗ ਹੋਵੇ ਤਾਂ ਸਿੰਘ ਅੜਾਏ ਜਾਣ। ਇਸ ਆਦਮੀ ਦੇ ਸਹਿਜ ਸੁਭਾਅ ਦੀ ਮਿਸਾਲ ਦਿੰਦਾ, ਇੱਕ ਮੀਟਿੰਗ ਘਰ ਹੋ ਰਹੀ ਸੀ। ਉਸ ਵਕਤ ਸਿੱਟੇ ਵਾਲੇ ਤਾਮਿਲਾਂ ਨੇ ਮਾਲਦੀਪ ਉੱਤੇ ਹਮਲਾ ਕੀਤਾ ਸੀ। ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਦੂਤ ਚਿੱਠੀ ਲੈ ਕੇ ਮਾਲਦੀਪ ਜਾ ਰਿਹਾ ਸੀ। ਜਦ ਮੀਟਿੰਗ ਵਿੱਚ ਹੀ ਉਹ ਚਿੱਠੀ ਆਈ ਤਾਂ 5-7 ਮਿੰਟ ਸਾਡੇ ਵੱਲੋਂ ਹਟ ਕੇ ਉਹਨਾਂ ਚਿੱਠੀ ਵੇਖੀ। ਕੋਈ 20 ਗਲਤੀਆਂ ਕੱਢੀਆਂ ਹੋਣਗੀਆਂ। ਮੈਂ ਹੈਰਾਨ ਸਾਂ ਕਿ ਇੱਕ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਸਟੈਨੋ ਜਾਂ PA ਇੰਨੇ ਨਿਕੰਮੇ ਨੇ ਕਿ ਇੰਨੇ ਮਹੱਤਵਪੂਰਨ ਵਿਸ਼ੇ ਉੱਤੇ ਇਸ ਤਰ੍ਹਾਂ ਦਾ ਖੱਤ ਪੇਸ਼ ਕਰਦੇ ਨੇ। ਮੈਂ ਆਪਣੇ ਆਪ ਨੂੰ ਕਾਫੀ ਸਬਰ ਵਾਲਾ ਸਮਝਦਾ ਸਾਂ, ਪਰ ਜੇ ਇਹ ਮੇਰਾ ਦਫ਼ਤਰ ਹੁੰਦਾ ਤਾਂ ਮੈਂ ਸਾਰਿਆਂ ਦੀਆਂ ਅੱਡੀਆਂ ਚੁਕਾ ਦੇਣੀਆਂ ਸੀ। ਪਰ ਰਾਜੀਵ ਗਾਂਧੀ ਜੀ ਸੀ ਕਿ ਮੱਥੇ ਉੱਤੇ ਵੱਟ ਤੱਕ ਵੀ ਨਹੀਂ ਸੀ। ਚਿੱਠੀ ਦੁਬਾਰਾ ਟਾਈਪ ਵਾਸਤੇ ਦੇ ਦਿੱਤੀ ਅਤੇ ਸਾਡੇ ਨਾਲ ਉਸੇ ਠਰਮੇ ਨਾਲ ਤੇ ਮਾਲਦੀਪ ਦੇ ਇੰਨੇ ਗੰਭੀਰ ਮਸਲੇ ਤੋਂ ਜਿਵੇਂ ਪੂਰੀ ਤਰ੍ਹਾਂ ਬੇਨਿਆਜ਼ ਹੋ ਕੇ ਵਿਚਾਰ ਵਟਾਂਦਰਾ ਫਿਰ ਸ਼ੁਰੂ ਕਰ ਦਿੱਤਾ। ਇੱਕ ਮੀਟਿੰਗ ਵੇਲੇ ਜੋ ਪਾਰਲੀਮੈਂਟ ਅਨੈਕਸੀ ਵਿੱਚ ਹੋਈ, ਸਾਰੇ ਵਿਰੋਧੀ ਮੈਂਬਰ ਪਾਰਲੀਮੈਂਟ ਦਾ ਬਾਈਕਾਟ ਕਰ ਗਏ ਸਨ। ਜਦ ਸਾਡੀ ਮੀਟਿੰਗ 'ਚ ਆਏ ਤਾਂ ਕੋਈ ਫਿਕਰ ਨਹੀਂ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਅਤੇ ਕਹਿਣ ਲੱਗੇ ਚਲੋ ਵਕਤ ਮਿਲ ਗਿਆ ਤਸੱਲੀ ਨਾਲ ਗੱਲਬਾਤ ਕਰਾਂਗੇ। ਮੈਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਬਾਈਕਾਟ ਕੋਈ ਛੋਟੀ ਜਿਹੀ ਗੱਲ ਨਹੀਂ, ਪਰ ਤੁਹਾਡੇ ਚਿਹਰੇ 'ਤੇ ਮੂਡ ਤੋਂ ਇਉਂ ਲੱਗਦਾ ਜਿਵੇਂ ਕੁਝ ਹੋਇਆ ਹੀ ਨਹੀਂ। ਕਹਿਣ ਲੱਗੇ ਇਹ ਪਾਰਲੀਮੈਂਟ ਦਾ ਮਾਮਲਾ ਹੈ, ਉੱਥੇ ਉਸ ਪੱਧਰ 'ਤੇ ਨਜਿੱਠਾਂਗੇ। ਮੈਂ ਇੱਕ ਹੈਂਗਓਵਰ ਦੂਜੇ ਥਾਂ ਨਹੀਂ ਕਦੀ ਲੈ ਕੇ ਗਿਆ। ਇਸ ਤਰ੍ਹਾਂ ਨਾਲ ਹਰ ਮਾਮਲੇ ਨੂੰ ਉਦਾਰਤਾ ਨਾਲ ਨਜਿੱਠਿਆ ਜਾ ਸਕਦਾ। ਬੜੀ ਢੁਕਵੀਂ ਤੇ ਕਮਾਲ ਦੀ ਪਹੁੰਚ ਸੀ ਇਸ ਪ੍ਰਧਾਨ ਮੰਤਰੀ ਦੀ। ਇਹ ਪਹੁੰਚ ਅਤੇ ਉਦਾਰਤਾ ਬੜੀ ਘਾਲਣਾ ਅਤੇ ਤਪੱਸਿਆ ਜਿੰਨੀ ਮਿਹਨਤ ਨਾਲ ਸ਼ਖਸੀਅਤ ਵਿੱਚ ਆਉਂਦੀ ਹੈ। ਇਹਨਾਂ ਮੀਟਿੰਗਾਂ ਵਿੱਚ ਵਿਚਾਰ ਵਟਾਂਦਰਾ ਬੜੇ ਖੁੱਲ੍ਹੇ ਅਤੇ ਦੋਸਤਾਨਾ ਜਿਹੇ ਮਾਹੌਲ ਵਿੱਚ ਹੁੰਦਾ ਸੀ। ਇੱਕ ਮੀਟਿੰਗ 'ਚ ਮੇਰੇ ਨਾਲ ਉਲਝ ਪਏ। ਮੈਂ ਕਿਹਾ ਕਿ ਸਰਕਾਰ ਖੁਰਾਕ ਜਾਂ ਅਨਾਜ ਦੀ ਉਪਜ ਦੇ ਜੋ ਅੰਕੜੇ ਦਿੰਦੀ ਹੈ ਉਹ ਠੀਕ ਨਹੀਂ। ਇਸ ਦੇਸ਼ 'ਚ 10 ਮਿਲੀਅਨ ਟਨ ਜਾਂ ਵੱਧ ਜਾਂ ਘੱਟ ਕਹਿ ਦੇਣਾ ਕੋਈ ਔਖੀ ਗੱਲ ਨਹੀਂ, ਕਿਉਂਕਿ ਕੋਈ ਸਿਸਟਮ ਹੀ ਨਹੀਂ ਜਿਸ ਰਾਹੀਂ ਇਹਨਾਂ ਅੰਕੜਿਆਂ ਨੂੰ ਪਰਖਿਆ ਜਾ ਸਕੇ। ਖੇਤੀ ਮੰਤਰੀ ਸਵੇਰ ਦੇ ਬਿਆਨ 'ਚ 2 ਮਿਲੀਅਨ ਟਨ ਉਪਜ ਵਧਾ ਦਿੰਦੇ ਨੇ, ਸ਼ਾਮ ਦੇ ਬਿਆਨ 'ਚ 1-2 ਮਿਲੀਅਨ ਟਨ ਥੱਲੇ ਆ ਜਾਂਦੇ ਨੇ। ਉਹ ਮੂੰਹ ਵੇਖ ਕੇ ਗੱਲ ਕਰਦੇ ਨੇ। ਕਿਹੜਾ ਸਿਸਟਮ ਹੈ ਜੋ ਇਹਨਾਂ ਨੂੰ ਹਰ ਘੰਟੇ ਇਤਲਾਹ ਦਿੰਦਾ ਹੈ ਕਿ ਹੁਣ ਉਪਜ ਇੰਨੀ ਹੋਈ ਹੈ? ਪ੍ਰਧਾਨ ਮੰਤਰੀ ਆਪਣੀਆਂ ਬੜੀਆਂ ਢੁਕਵੀਆਂ ਦਲੀਲਾਂ ਦੇਈ ਜਾਣ। ਬਹੁਤ ਲੰਬੀ, ਤਕਰੀਬਨ 20 ਮਿੰਟ ਮੇਰੇ ਨਾਲ ਬਹਿਸ ਹੋਈ। ਮੈਂ ਆਖਰ ਸਵਾਲੀਆ ਉੱਤਰ ਦਿੱਤਾ ਕਿ ਪਿਛਲੇ 20 ਮਿਲੀਅਨ ਟਨ ਪੈਦਾਵਾਰ ਘੱਟ ਹੋਈ। ਅਸੀਂ ਵੱਧ ਤੋਂ ਵੱਧ 4 ਮਿਲੀਅਨ ਟਨ ਦਾ ਅਨਾਜ ਹੌਲੀ ਹੌਲੀ ਬਾਹਰੋਂ ਮੰਗਵਾਇਆ, ਜੋ ਹਾਲਾਂ ਵੀ ਪੂਰੇ ਭਾਰਤ 'ਚ ਨਹੀਂ ਪੁੱਜਾ। ਕੀਮਤਾਂ ਵੀ ਕੋਈ ਖਾਸ ਨਹੀਂ ਵਧੀਆਂ। ਐਤਕੀ ਪਿਛਲੇ ਸਾਲ ਨਾਲੋਂ 32 ਮਿਲੀਅਨ ਟਨ ਵੱਧ ਅਨਾਜ ਦੀ ਪੈਦਾਵਾਰ ਹੋਈ ਅਤੇ 4 ਮਿਲੀਅਨ ਦੀ ਦਰਾਮਦ ਵੀ ਹਾਲੇ ਜਾਰੀ ਹੈ। ਇਹ ਇੱਕ ਰਿਕਾਰਡ ਪੈਦਾਵਾਰ ਹੈ। ਬਾਜ਼ਾਰ ਵਿੱਚ ਕੀਮਤਾਂ ਉੱਪਰ ਜਾ ਰਹੀਆਂ ਨੇ। ਕਿਉਰਮੈਂਟ ਵੀ ਨਹੀਂ ਵਧੀ। ਲੋਕਾਂ ਤੇ ਵਪਾਰੀਆਂ ਕੋਲ ਵੀ ਅਨਾਜ ਜਮ੍ਹਾਂ ਨਹੀਂ। ਜਨਤਕ ਪ੍ਰਣਾਲੀ ਦੇ ਡਿਪੂਆਂ 'ਤੇ ਮੰਗ ਵੱਧ ਹੈ, ਦਿਨੋਂ ਦਿਨ ਵੱਧ ਰਹੀ ਹੈ। ਫਿਰ ਇਹ 32 ਮਿਲੀਅਨ ਟਨ ਅਨਾਜ ਗਿਆ ਕਿੱਥੇ? ਜੇ ਮੰਨ ਲਈਏ ਕਿ ਲੋਕਾਂ ਦੀ ਖਪਤ ਵੱਧ ਗਈ ਹੈ ਤਾਂ ਇਸ ਸਾਲ ਵਿੱਚ 20% ਦਾ ਵਾਧਾ ਹੈ। ਖਪਤ ਤਾਂ ਲਗਾਤਾਰ ਵੱਧਦੀ ਹੁੰਦੀ ਹੈ, ਇੱਕ ਸਾਲ ਵੱਧ ਕੇ ਤਾਂ ਬੰਦ ਨਹੀਂ ਹੋ ਜਾਂਦੀ। ਇਸ ਹਾਲਤ ਵਿੱਚ ਕੀ ਅਗਲੇ ਸਾਲ ਇੰਨੀ ਖਪਤ ਦੀ ਬੜੋਤਰੀ ਲਈ ਅਸੀਂ ਅਨਾਜ ਪੈਦਾ ਕਰ ਸਕਾਂਗੇ?
जद कोई दलील ना रही तो लिख के मिनिस्ट्री नूं इहो सवाल भिजवा दिता कि अनाज की इन्नी उपज कित्थे गई। बाद विच जद असीं बाहर आए तो साडे चेयरमैन प्रोफैसर चक्रवर्ती मैनूं कहण लगे, अज तो तुसीं भुल ही गए कि तुसीं प्रधान मंत्री नाल गल कर रहे हो। मैं क्या राजीव जी भी सैमीनार 'च बैठे एक प्रोफैसर वांग झगड़ रहे सन। ਵੱਡੇ आदमी की निशानी ये हुंदी है कि दूजा उस कोल बैठा छोटा महसूस ना करे। मेरे माप तोल नाल राजीव जी की शख्सियत बहुत वड्डी सी। उन्हां कोल बैठा तो उन्हां नाल गल करदिआं मैं कदी महसूस नहीं कीता सी कि मैं किसी तरह छोटा। इस पक्षों ये इस देश की खुशकिस्मती है कि सानू इहो जिहा प्रधान मंत्री हासिल है। बहुत दफ़ा ये होया कि बहस तो बाद उन्हें मेरी गल मन्नी पर इसनूं अमल च लियाउण लई अपनी मुश्किल दसी। इनफ्लेशन वध रही सी, सरकार के खर्चे वध रहे सन। मैं एक दलील पेश की कि जिस देश विच 3/4 आबादी नूं रज के रोटी भी ना मिलती होवे ते इन्हां चों बहुत सारे एक डंग की रुखी मिसी नाल भी पेट ना भर सकते होण, उत्थे सरकारी कर्मचारियों नूं इन्नियां उच्चियां तनख्वाहां लैण दा की अखलाकी हक है ते हर साल इंडैक्स करके तनख्वाहां वधाईआं जांदियां हन। जो वध तनख्वाह लैंदे ने, मिसाल वजों बैंकां वाले, उन्हां दे मूँह होर खुले हुंदे जांदे ने। मेरे विचार विच 2 साल लई घट्टो घट्ट तनख्वाहां ते कंट्रोल कर देना चाहिए है। कोई किसी किस्म का वाधा नहीं किया जाना चाहिए। प्रोफैसर चक्रवर्ती कहन लगे, मेरी ये सिफारिश नहीं। मैं क्या ये कौंसल दी नहीं, मेरी अपनी सिफारिश है। बहस तो बाद कहन लगे, ये ठीक है पर इस वक्त इंज नहीं किया जा सकता क्योंकि अगे चोणां आउण वालियां हन। चोणां तो बाद इहो जिहे एक्शन लवांगे। घट्टो घट्ट 3 साल तक खुले दिल नाल ये सही कदम उठा सकते हैं, भावें लोग चीकण ही। एक बार चोणां तो पहलों सरकार किसानां नूं खुश करन लई खेती कीमतां विच एडहॉक वाधा करना चाहुंदी सी। मैं इहदी लिख के भी ते उंज भी विरोधता कर रहा सां। प्रधान मंत्री नूं कहा कि सिवाए इहदे कि एक रुत दीआं फसलां दीआं कीमतां 'च वाधा करके तुसीं कीमतां ते आपसी संतुलन नूं विगाड़ दिओ ते अगली रुत दीआं फसलां दीआं कीमतां 'च वाधा करना लाजमी हो जाए। इस वाधे का तुहानूं कोई सियासी फायदा चोणां विच नहीं होना। सब जानते हैं कि चोणां विच वोटां लई टुकड़ा पाया जा रहा है, इहदा किसी उत्ते कोई असर नहीं होण लगा। कहन लगे, मैं तुहाडे नाल सहमत हाँ पर इस वक्त सानूं ये हथकंडे वरतने सियासी तौर पर जरूरी हैं। मैं वेख्या राजीव गांधी विचार वटांदरे 'च किसी पक्ष नूं छुपाउंदे नहीं सन, सब साफ साफ कह दिंदे सन। ये निशानी हुंदी है एक प्रफुल्लत शख्सियत दी, जिन्हों कुछ लुकाउण दी लोड़ घट ही हुंदी है ते जद गलती हो जाए तो उन्होंने कबूल करन विच भी हिचकिचाहट नहीं मनते ऐसे इंसान। राजीव गांधी नाल विचार वटांदरा करना एक अजीब जी तसल्ली दिंदा सी क्योंकि वो सही दलील नूं मन्नण नूं तैयार सन ते कहण नूं भी उन्हां कोल बहुत कुछ सी। ये तो देश के प्रधान मंत्री हो के भी इन्हां ते इस ढंग नाल विचार वटांदरा करते सन कि वक्त का पता ही नहीं सी लगता। कुछ वजीरां पास तां बैठ के 5 मिनट भी लंबे लगते सन। मिसाल वजों भजन लाल खेती मंत्री हुंदे सन। इन्हां दी तकनीकी जां प्रोफैशनल गलबात विच कोई दिलचस्पी नहीं सी हुंदी। इन्हां दियां पहलतावां भी कुछ होर हुंदियां सन। जे किते चाह दा कप पीना पै जाए तो गल करन नूं कुछ नहीं सी हुंदी ते चाह औखियां ही मुकदी सी। कोई गल करो, सलाह देवो, ठीक है सरदार साहब कह के भोग पा दिंदे सन। अमल किसी सलाह ते नहीं। गुरदयाल सिंह ढिल्लों बहुत बीबे इंसान सन। उन्हां दी सेहत इजाजत नहीं दिंदी सी कि उत्साह ते हिम्मत नाल कोई कदम चुक सकन। सुणदे सन, जवाब घट दिंदे सन। गलबात बहुती देर नहीं सी चल सकदी ते ना ही बहुती डूंघाई नाल विचार किया जा सकदा सी। आम तौर पर अपने दफ्तर ते सैकटरी खेती विभाग के ज़्यादा निर्भर सन। मेरे नाल बड़ा प्यार सी, आदर करते सन पर अमल घट सी। दफ्तर अपनी तौर ही चलता सी। चौधरी देवीलाल बारे मैं पहलों दस चुकिया। मेरा भाव है राजीव गांधी के मुकाबले ते कोई सियासी लीडर नहीं सी पहुँचता। इस इंसान नाल गलबात करदिआं वक्त पर लग के उठ जाता सी। कई बार विचार वटांदरा लंबा हो जाए तो चाह दो बार पीनी पैंदी सी। एक पक्ष थोड़ा जिहा मैनूं ठीक नहीं सी लगदा। वो आम तौर पर जिस विषय का बंदा होवे जां संस्था जां कमेटी होवे उन्हां नाल उस विषय तो इलावा जे कुछ किसी कोल कहण लई होवे तां मौका नहीं सी दिंदा। इस पक्षों दा सियासी पहलू काफ़ी कमज़ोर सी। मैं नहीं समझदा कि जिहड़ा सियासी ग्रुप उन्हां दा सलाहकार सी वो इस काबिल सी जां इन्ना जाणकार सी कि इस पक्ष ते सही ते ढुकवीं सलाह दे सके। पुराने पटके दे सियासी खिडारी उन्हां दे अंदरूनी दायरे तो बाहर सन, इसे करके सियासी पक्ष तो मार खा गए। मैं समझदा सियासी पद्धर ते कुछ गलतियां ऐसियां होईयां जिस नाल अगली चोण विच हार दा सामना करना पिया। आर्थिक पक्ष ते सलाहकार बहुत काबिल सन।
ਇਹ ਉਹੀ ਸਲਾਹਕਾਰ ਸਨ ਜਿਨ੍ਹਾਂ ਦੇ ਉਦਾਰ ਆਰਥਿਕ ਨੀਤੀ ਨੂੰ ਅਮਲ ਵਿੱਚ ਲਿਆਂਦਾ ਸੀ। ਇਸ ਨੀਤੀ ਦੀਆਂ ਵਕਤ ਨਾਲ ਕੁਝ ਪਰਤਾਂ ਬਦਲ ਗਈਆਂ। ਰਾਜੀਵ ਗਾਂਧੀ ਵੇਲੇ ਇਹ ਉਦਾਰ ਨੀਤੀ ਕਾਫੀ ਹੱਦ ਤੱਕ ਘੜੀ ਜਾ ਚੁੱਕੀ ਸੀ। ਜਦ ਵੀਪੀ ਸਿੰਘ ਵਿੱਤ ਮੰਤਰੀ ਸਨ, ਅਮਲ ਵਿੱਚ ਲਿਆਉਣ ਲਈ ਕੁਝ ਕਦਮ ਚੁੱਕੇ ਵੀ ਸਨ, ਪਰ ਸਿਆਸੀ ਪ੍ਰਸਥਿਤੀਆਂ ਕਾਰਨ ਇਹ ਅਮਲ ਅੱਗੇ ਨਾ ਵੱਧ ਸਕਿਆ। ਭਾਵੇਂ ਹਰ ਮੌਕੇ ਅਰਥ ਸ਼ਾਸਤਰੀਆਂ ਦੀ ਸਲਾਹ ਕਾਫੀ ਦੇਰ ਤੋਂ ਉਦਾਰੀਕਰਨ ਵੱਲ ਹੀ ਜਾਂਦੀ ਸੀ। ਇਸ ਉਦਾਰੀਕਰਨ ਦੀ ਫਿਲਾਸਫੀ ਦੀ ਭਾਰਤ ਵਿੱਚ ਨੀਂਹ ਰੱਖਣ ਵਾਲਾ ਰਾਜੀਵ ਗਾਂਧੀ ਸੀ, ਪਰ ਉਹਨਾਂ ਦੇ ਦੌਰ ਵਿੱਚ ਇਸ ਨੀਂਹ ਉੱਤੇ ਕੋਈ ਉਸਾਰੀ ਨਾ ਹੋ ਸਕੀ। ਨੀਂਹ ਤੋਂ ਉੱਤੇ ਤਾਂ ਉਸਾਰੀ PV ਨਰਸਿਮਹਾ ਰਾਓ ਦੀ ਸਰਕਾਰ ਨਹੀਂ ਕੀਤੀ ਹੈ। ਜਦ ਜਨਤਾ ਪਾਰਟੀ ਦੀ ਹੁਕੂਮਤ ਆਈ ਤਾਂ VP ਸਿੰਘ ਪ੍ਰਧਾਨ ਮੰਤਰੀ ਬਣੇ। ਉਹਨਾਂ ਨੇ ਇਕਨੋਮਿਕ ਐਡਵਾਈਜ਼ਰੀ ਕੌਂਸਲ ਨੂੰ ਉਂਝ ਦਾ ਉਂਝ ਹੀ ਰੱਖਿਆ। ਜਦ ਵੀ ਸਰਕਾਰ ਬਦਲਦੀ ਹੈ ਜਾਂ ਨਵਾਂ ਪ੍ਰਧਾਨ ਮੰਤਰੀ ਬਣਦਾ ਤਾਂ ਅਸੂਲੀ ਤੌਰ 'ਤੇ ਕੌਂਸਲ ਦਾ ਪ੍ਰਧਾਨ ਲਿਖਦਾ ਹੈ। ਜੇ ਪ੍ਰਧਾਨ ਮੰਤਰੀ ਨੇ ਕੌਂਸਲ ਦਾ ਪੁਨਰਗਠਨ ਕਰਨਾ ਹੋਵੇ ਤਾਂ ਆਪਣੀ ਮਰਜ਼ੀ ਨਾਲ ਕਰ ਲੈਂਦਾ ਹੈ। ਕਿਉਂਕਿ ਕੌਂਸਲ ਪ੍ਰਧਾਨ ਮੰਤਰੀ ਦੀ ਆਪਣੀ ਚੋਣ ਹੁੰਦੀ ਹੈ, VP ਸਿੰਘ ਨੇ ਕੋਈ ਤਬਦੀਲੀ ਨਾ ਲਿਆਂਦੀ। ਉਹਨਾਂ ਨਾਲ ਸਿਰਫ ਇੱਕ ਹੀ ਮੀਟਿੰਗ ਹੋਈ, ਕਿਉਂਕਿ ਛੇਤੀ ਉਹਨਾਂ ਦੀ ਸਰਕਾਰ ਟੁੱਟ ਗਈ ਸੀ। ਆਮ ਵਾਂਗੂ ਹੀ VP ਸਿੰਘ ਨੂੰ ਰਿਪੋਰਟ ਦਿੱਤੀ ਤੇ ਮੀਟਿੰਗ ਹੋਈ ਤਾਂ ਕਾਫੀ ਲੰਬੀ, ਪਰ VP ਸਿੰਘ ਆਪ ਇੱਕ ਅੱਖਰ ਵੀ ਨਹੀਂ ਬੋਲੇ। ਪਹਿਲਾਂ ਕੌਂਸਲ ਦੇ ਪ੍ਰਧਾਨ ਤੇ ਫਿਰ ਅਸੀਂ ਵਾਰੀ-ਵਾਰੀ ਸਾਰਿਆਂ ਨੇ ਚਲੰਤ ਮਾਮਲਿਆਂ ਤੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। VP ਸਿੰਘ ਨੇ ਨਾ ਟੋਕਿਆ, ਨਾ ਕੋਈ ਟਿੱਪਣੀ ਕੀਤੀ। ਸਭ ਤੋਂ ਬਾਅਦ ਵਾਰੀ ਡਾਕਟਰ ਕੇ ਇਨ ਰਾਜ ਦੀ ਆਈ। ਉਹਨਾਂ ਕਿਹਾ ਕਿ ਮੇਰੀ ਕੋਈ ਨਿੱਜੀ ਰਾਏ ਨਹੀਂ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਸਕੱਤਰ ਮਨਟੇਕ ਆਹਲੂਵਾਲੀਆ, ਡਾਕਟਰ ਮਨਮੋਹਨ ਸਿੰਘ ਤੇ ਸਨਅਤ ਮੰਤਰੀ ਸਿਆਜੀਤ ਸਿੰਘ ਸਨ। ਸਾਰੀ ਬਹਿਸ ਤੇ ਵਿਚਾਰ ਵਟਾਂਦਰਾ ਇਹਨਾਂ ਨਾਲ ਹੀ ਹੁੰਦਾ ਰਿਹਾ। VP ਸਿੰਘ ਨੇ ਕੁਝ ਨਹੀਂ ਬੋਲਿਆ। ਲੱਗਦਾ ਸੀ ਜਿਵੇਂ ਧਿਆਨ ਨਾਲ ਕੁਝ ਸੁਣਿਆ ਵੀ ਨਾ ਹੋਵੇ। ਰਾਜੀਵ ਗਾਂਧੀ ਨਾਲ ਮੀਟਿੰਗਾਂ ਤੋਂ ਬਾਅਦ ਇਹ ਮੀਟਿੰਗ ਉੱਕੀ ਫੋਕੀ ਲੱਗਦੀ ਸੀ। ਜੋ ਰਿਪੋਰਟ ਅਸੀਂ ਦਿੱਤੀ ਸੀ ਉਸ ਵਿੱਚ ਟਿੱਪਣੀ ਆਮ ਦੀ ਤਰ੍ਹਾਂ ਬਹੁਤ ਬੇਬਾਕ ਸੀ, ਕਿਉਂਕਿ ਇਹ ਰਿਪੋਰਟ ਹਮੇਸ਼ਾ ਪ੍ਰਧਾਨ ਮੰਤਰੀ ਦੇ ਨਿੱਜੀ ਤੌਰ 'ਤੇ ਮਸਲਿਆਂ ਨੂੰ ਸਮਝਾਉਣ ਵਾਸਤੇ ਹੁੰਦੀ ਸੀ। ਇਹ ਉੱਕਾ ਖਿਆਲ ਨਹੀਂ ਸੀ ਕੀਤਾ ਜਾਂਦਾ ਕਿ ਕੋਈ ਪੱਖਪੂਰਨ ਹੈ ਜਾਂ ਕੋਈ ਗੱਲ ਸਿਆਸੀ ਤੌਰ 'ਤੇ ਚੰਗੀ ਲੱਗੇਗੀ ਜਾਂ ਨਹੀਂ। ਇਸ ਰਿਪੋਰਟ ਦੀ ਮੈਂ ਸਮਝਦਾ VP ਸਿੰਘ ਦੀ ਸਰਕਾਰ ਨੇ ਦੁਰਵਰਤੋਂ ਕੀਤੀ। ਨਿਰਪੱਖਤਾ ਤੇ ਪ੍ਰੋਫੈਸ਼ਨਲ ਪੱਖ ਤੋਂ ਕੌਂਸਲ ਦਾ ਸਰਕਾਰ ਵਿੱਚ ਕੱਦ ਕਾਫੀ ਉੱਚਾ ਸੀ। ਇਸ ਕਰਕੇ ਜੇ ਇਹ ਕੌਂਸਲ ਕਹਿੰਦੀ ਸੀ ਉਹਦੀ ਬੜੀ ਸਾਖ ਸੀ। ਸਾਨੂੰ ਤਾਂ ਹੀ ਪਤਾ ਲੱਗਾ ਜਦ ਇਸ ਸਰਕਾਰ ਨੇ ਇਹ ਰਿਪੋਰਟ ਵਾਈਟ ਪੇਪਰ ਦੇ ਤੌਰ 'ਤੇ ਛਾਪ ਕੇ ਪਾਰਲੀਮੈਂਟ 'ਚ ਵੰਡ ਦਿੱਤੀ। ਜਦ ਮੈਨੂੰ ਪਤਾ ਲੱਗਾ ਤਾਂ ਮੈਂ ਆਪਣੇ ਪ੍ਰਧਾਨ ਨੂੰ ਕਿਹਾ ਕਿ ਇਹ ਚਲਾਕੀ ਮਾਰੀ ਹੈ। ਮੈਨੂੰ ਇਸ ਨਾਲ ਬੜਾ ਦੁੱਖ ਹੋਇਆ, ਕਿਉਂਕਿ ਇਸ ਵਿੱਚ ਟਿੱਪਣੀਆਂ ਸਰਕਾਰ ਦੇ ਕੰਮਾਂ ਦੇ ਵਿਰੁੱਧ ਰਾਜੀਵ ਦੇ ਕੰਮ 'ਤੇ ਟਿੱਪਣੀ ਬਣ ਜਾਂਦੀ ਸੀ, ਪਰ ਕੌਂਸਲ ਦਾ ਮਤਲਬ ਜਾਂ ਮੰਤਵ ਇਹ ਨਹੀਂ ਸੀ। ਆਮ ਵਾਂਗੂ ਹੀ ਇਹ ਤਾਂ ਬੇਬਾਕ ਟਿੱਪਣੀਆਂ ਸੀ ਜੋ ਸਿਰਫ ਪ੍ਰਧਾਨ ਮੰਤਰੀ ਦੀ ਜਾਣਕਾਰੀ ਵਾਸਤੇ ਹੁੰਦੀਆਂ ਸੀ। ਪ੍ਰਧਾਨ ਨੇ ਲਿਖਿਆ ਵੀ, ਪਰ ਤੀਰ ਤਾਂ ਕਮਾਨ 'ਚੋਂ ਨਿਕਲ ਚੁੱਕਾ ਸੀ। ਬਾਅਦ ਵਿੱਚ ਇਹ ਰਿਪੋਰਟ ਬਾਰੇ ਭਾਵੇਂ ਸਰਕਾਰ ਨੇ ਕਿਹਾ ਵੀ ਕਿ ਇਹ ਵਾਈਟ ਪੇਪਰ ਨਹੀਂ ਬਲਕਿ ਪਾਰਲੀਮੈਂਟ ਦੀ ਇਤਲਾਹ ਵਾਸਤੇ ਸੀ। ਇਸ ਤੋਂ ਬਾਅਦ ਕੌਂਸਲ ਦਾ ਮਨ ਹੀ ਨਹੀਂ ਬਣਿਆ ਕਿ ਕੋਈ ਰਿਪੋਰਟ ਲਿਖ ਕੇ ਦਿੱਤੀ ਜਾਵੇ ਤੇ ਛੇਤੀ VP ਸਿੰਘ ਦੀ ਸਰਕਾਰ ਟੁੱਟ ਗਈ। ਮੇਰੇ ਵਿਚਾਰ ਵਿੱਚ VP ਸਿੰਘ ਬਹੁਤ ਮਿਸਣੀ ਜਿਹੀ ਸ਼ਖਸੀਅਤ ਵਾਲੇ ਵਿਅਕਤੀ ਸਨ। ਗੱਲ ਕਰਦੇ ਸਿੱਧੀ ਅੱਖ ਨਹੀਂ ਸੀ ਮਿਲਾਉਂਦੇ। ਰਾਜੀਵ ਵਾਂਗੂ ਸਿੱਧਾ ਅੱਖਾਂ 'ਚ ਝਾਕ ਕੇ ਗੱਲ ਨਹੀਂ ਸੀ ਕਰਦੇ। ਚਲਾਕ ਤੇ ਮਿਸਣੇ ਹੋਣ ਦਾ ਹੀ ਨਤੀਜਾ ਸੀ ਰਾਜ ਹੱਥੋਂ ਖੋ ਬੈਠਾ। ਮੈਂ ਸਮਝਦਾ ਚੌਧਰੀ ਦੇਵੀ ਲਾਲ ਦਾ ਇੰਪ੍ਰੈਸ਼ਨ ਖਰਾਬ ਕਰਨ ਵਿੱਚ ਵੀ ਇਹਨਾਂ ਦਾ ਕਾਫੀ ਰੋਲ ਰਿਹਾ। ਇਹ ਚੌਧਰੀ ਦੀ ਜਨਤਕ ਸੱਤਾ ਤੋਂ ਘਬਰਾਉਂਦੇ ਸਨ। ਉੱਧਰ ਚੌਧਰੀ ਦੇਵੀ ਲਾਲ ਦੇ ਸਿਆਸੀ ਸਲਾਹਕਾਰ ਬਿਲਕੁਲ ਨਿਕੰਮੇ ਸਨ, ਛੋਟੇ ਆਦਮੀ ਸਨ। ਉਹਨਾਂ ਨੂੰ ਸਵਾਰਥ ਉੱਤੇ ਕੁਝ ਨਹੀਂ ਸੀ ਦਿਖਾਈ ਦਿੰਦਾ। ਇੰਝ ਮਹਿਸੂਸ ਹੁੰਦਾ ਸੀ ਜਿਵੇਂ ਕਿਸੇ ਛੱਪੜ ਦਾ ਤਾਰੂ ਸਮੁੰਦਰ 'ਚ ਛਾਲ ਮਾਰ ਗਿਆ ਹੋਵੇ। ਕਿੱਥੇ ਹਰਿਆਣੇ ਦੀ ਨਿੱਕੀ ਸਿਆਸਤ ਤੇ ਕਿੱਥੇ ਭਾਰਤ ਪੱਧਰ ਦੀ ਗੁੰਝਲਦਾਰ ਸਿਆਸਤ। ਮੇਰੇ ਵਿਚਾਰ ਵਿੱਚ ਚੌਧਰੀ ਦੇਵੀ ਲਾਲ ਦੀ ਈਗੋ ਨੂੰ ਜੋ VP ਸਿੰਘ ਥੋੜ੍ਹਾ ਪਾਣੀ ਦਿੰਦਾ ਰਹਿੰਦਾ ਤਾਂ ਸਰਕਾਰ ਨਹੀਂ ਸੀ ਟੁੱਟਣੀ। VP ਸਿੰਘ ਦੇ ਸਮਰਥਕਾਂ ਦੀਆਂ ਚਾਲਾਂ ਦੀਆਂ ਕੁਝ ਮਿਸਾਲਾਂ ਦਿੰਦਾ। ਪਹਿਲਾਂ ਜਦ ਚੌਟਾਲਾ ਧੱਕੇ ਨਾਲ ਮੁੱਖ ਮੰਤਰੀ ਬਣ ਗਿਆ, ਉਹਨੇ VP ਸਿੰਘ ਨੂੰ ਵਿਸ਼ਵਾਸ ਵਿੱਚ ਲੈ ਕੇ ਇਹ ਕੰਮ ਕੀਤਾ ਤੇ VP ਸਿੰਘ ਨੇ ਬਿਆਨ ਵੀ ਦਿੱਤਾ ਕਿ ਮੈਂ ਸੂਬਾਈ ਪੱਧਰ ਦੀ ਸਿਆਸਤ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ। ਪਰ ਜਦ ਇਹਦੇ ਸਮਰਥਕ ਵਜ਼ੀਰਾਂ ਨੇ ਅਸਤੀਫੇ ਦੇਣੇ ਸ਼ੁਰੂ ਕੀਤੇ, ਇਹਨੇ ਰੋਕਿਆ ਨਹੀਂ, ਸਗੋਂ ਚੌਧਰੀ ਦੇਵੀ ਲਾਲ ਉੱਤੇ ਇੱਕ ਦਬਾਅ ਦਾ ਸਾਧਨ ਬਣਾਇਆ, ਕਿਉਂਕਿ ਦੇਵੀ ਲਾਲ ਦੀ ਸੱਤਾ ਨੂੰ ਸੱਟ ਮਾਰਨਾ ਚਾਹੁੰਦਾ ਸੀ। ਆਖਰ ਚੌਧਰੀ ਦਾ ਤਾਂ VP ਸਿੰਘ ਦਾ ਫੈਸਲਾ ਹੋਇਆ ਕਿ ਉਹ ਚੌਟਾਲੇ ਦਾ ਅਸਤੀਫਾ ਦਵਾ ਦੇਗਾ ਤੇ VP ਸਿੰਘ ਇਹਨਾਂ ਵਜ਼ੀਰਾਂ ਵਿਰੁੱਧ ਕਾਰਵਾਈ ਕਰੇਗਾ। ਆਪਣੇ ਵਚਨ ਦੇ ਬਦਲੇ ਚੌਧਰੀ ਨੇ ਚੌਟਾਲੇ ਦਾ ਅਸਤੀਫਾ ਦਵਾ ਦਿੱਤਾ, ਪਰ VP ਸਿੰਘ ਨੇ ਇਹਨਾਂ ਵਜ਼ੀਰਾਂ ਤੇ ਉੱਕਾ ਕੋਈ ਐਕਸ਼ਨ ਨਾ ਲਿਆ। ਚੌਧਰੀ ਨੇ ਤਾਂ ਬੰਬਈ ਦੇ ਇੱਕ ਪੱਤਰਕਾਰ ਨਾਲ ਭੇਂਟ ਵਿੱਚ ਕਿਹਾ ਸੀ ਕਿ VP ਸਿੰਘ ਦੀ
ਰੀੜ ਦੀ ਹੱਡੀ ਨਹੀਂ ਹੈ। ਜੱਟ ਆਦਮੀ ਸੀ, ਸਿੱਧੀ ਗੱਲ ਕਹਿ ਗਿਆ। ਇੱਥੇ ਸਿਆਸਤ ਵਿੱਚ ਚੌਧਰੀ ਮਾਰ ਖਾ ਗਿਆ। ਫਿਰ ਇਹਨਾਂ ਛੜਯੰਤਰ ਰਚਾਇਆ। ਵੀਪੀ ਸਿੰਘ ਵੱਲੋਂ ਇੱਕ ਆਪੇ ਚਿੱਠੀ ਰਾਸ਼ਟਰਪਤੀ ਨੂੰ ਲਿਖ ਕੇ ਕਾਪੀ ਬੰਗਲੌਰ ਤੋਂ ਬਣਵਾਈ ਤੇ ਕਾਪੀ ਚੌਧਰੀ ਨੂੰ ਭੇਜ ਦਿੱਤੀ। ਚੌਧਰੀ ਵਿਚਾਰਾ ਇਹਨਾਂ ਚਾਲਾਂ ਨੂੰ ਨਹੀਂ ਸੀ ਸਮਝਦਾ। ਪੇਂਡੂ ਸਿੱਧ ਪੱਧਰਾ ਸੁਭਾਅ ਦੇ ਸਲਾਹਕਾਰ ਵੀ ਕੱਚੇ ਮਿਲੇ। ਇਹਨਾਂ ਸਮਝਿਆ ਵੀਪੀ ਦੇ ਖਿਲਾਫ ਸਬੂਤ ਮਿਲ ਗਿਆ। ਫਿਰ ਵੀ ਚੌਧਰੀ ਸਰਕਾਰ ਨੂੰ ਕੋਈ ਸੱਟ ਨਹੀਂ ਸੀ ਮਾਰਨਾ ਚਾਹੁੰਦੇ। ਇਹਨਾਂ ਵੀਪੀ ਸਿੰਘ ਨਾਲ ਟੈਲੀਫੋਨ 'ਤੇ ਗੱਲ ਕੀਤੀ। ਉਹਨਾਂ ਕਿਹਾ ਚਿੱਠੀ ਮੈਨੂੰ ਭੇਜ ਦਿਓ। ਚਿੱਠੀ ਭੇਜ ਕੇ ਚੌਧਰੀ ਸਾਹਿਬ ਫਸ ਗਏ। ਆਪ ਵੀਪੀ ਸਿੰਘ 2 ਦਿਨ ਲਈ ਸੋਵੀਅਤ ਯੂਨੀਅਨ ਚਲੇ ਗਏ ਤੇ ਚਿੱਠੀ ਤਫਤੀਸ਼ ਲਈ ਦੇ ਗਏ ਆਪਣੇ ਸਹਿਯੋਗੀਆਂ ਨੂੰ। ਤਫਤੀਸ਼ ਕੀ ਕਰਨੀ ਸੀ, ਉਹ ਤਾਂ ਹੋਈ ਹਵਾਈ ਸੀ। ਆਪੇ ਹੀ ਤਾਂ ਛੜਯੰਤਰ ਰਚਿਆ ਸੀ। 24 ਘੰਟੇ 'ਚ ਫਤਵਾ ਵੀ ਲੱਗ ਗਿਆ। ਕਿਸੇ ਕੇਸ ਵਿੱਚ ਇੰਨੀ ਫੁਰਤੀ ਨਾਲ ਤਫਤੀਸ਼ ਤੇ ਫਤਵਾ ਅੱਜ ਤੱਕ ਕਿਸੇ ਨਹੀਂ ਵੇਖਿਆ। ਪਰ ਇਹ ਲੋਕ ਤਾਂ ਚੌਧਰੀ ਨੂੰ ਖਿੱਚਣ ਤੇ ਤੁਲੇ ਸਨ। ਆਖਰ ਗੱਲਬਾਤ ਹੋਈ ਤਾਂ ਚੌਧਰੀ ਨੇ ਪੇਸ਼ਕਸ਼ ਕੀਤੀ ਕਿ ਉਹ ਗਲਤੀ ਮੰਨ ਲੈਂਦੇ ਹਨ। ਇਹੋ ਹੀ ਤਾਂ ਚਾਹੁੰਦੇ ਸਨ ਇਹ ਲੋਕ। ਪਰ ਚੌਧਰੀ ਨੇ ਸੋਚਿਆ ਕਿ ਜੇ ਗਲਤੀ ਮੰਨਣ ਤੇ ਵੀ ਇਹਨਾਂ ਕੋਈ ਐਕਸ਼ਨ ਲੈ ਲਿਆ ਤਾਂ ਕੀ ਸ਼ਾਦੀ ਹੈ। ਉਹਨਾਂ ਪਾਰਟੀ ਪ੍ਰਧਾਨ ਤੇ ਹੋਰਨਾਂ ਕੋਲੋਂ ਇਹ ਸ਼ਾਦੀ ਮੰਗੀ ਕਿ ਜੇ ਉਹ ਗਲਤੀ ਮੰਨ ਲੈਣ ਤਾਂ ਵੀਪੀ ਸਿੰਘ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਏਗਾ। ਪਰ ਕਿਸੇ ਕੋਈ ਗਰੰਟੀ ਨਾ ਦਿੱਤੀ। ਚੌਧਰੀ ਨੇ ਆਖਰ ਮਾਫੀ ਨਾ ਮੰਗੀ। ਵੀਪੀ ਸਿੰਘ ਨੇ ਚੌਧਰੀ ਨੂੰ ਰਾਤ 11 ਵਜੇ ਸੁੱਤੇ ਪਏ ਨੂੰ ਗੱਦੀਓਂ ਲਾਹ ਦਿੱਤਾ। ਇਹ ਸੀ ਇੱਕ ਸ਼ਹਿਰੀ ਚਲਾਕ ਵਿਅਕਤੀ ਦੀ ਕਾਰਕਰਦਗੀ, ਇੱਕ ਸੁਹਿਰਦ ਪੇਂਡੂ ਸਿੱਧੇ ਸਾਦੇ ਸਾਥੀ ਨਾਲ। ਖੈਰ, ਮੈਂ ਤਾਂ ਵੀਪੀ ਸਿੰਘ ਨੂੰ ਇੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਵੇਖਦਾ ਸਾਂ ਤੇ ਮੇਰਾ ਮਾਪ ਤੋਲ ਉਸ ਤੋਂ ਪਹਿਲੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀ। ਮੇਰੇ ਵਿਚਾਰ ਵਿੱਚ ਤਾਂ ਇਸ ਤੁਲਨਾ ਵਿੱਚ ਵੀਪੀ ਸਿੰਘ ਰਾਜੀਵ ਗਾਂਧੀ ਦੇ ਗੋਡਿਆਂ ਤੱਕ ਵੀ ਨਹੀਂ ਸੀ ਅੱਪੜਦਾ। ਜਦ ਮੁੜ ਜਨਤਾ ਪਾਰਟੀ ਦੀ ਵਜ਼ਾਰਤ ਬਣੀ ਤਾਂ ਦੇਵੀ ਲਾਲੇ ਜੱਟ ਅੜੀ ਪੁਗਾ ਕੇ ਦਿਖਾ ਚੁੱਕੇ ਸਨ ਕਿ ਜਿਸ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਗੱਦੀਓਂ ਲਾਇਆ ਉਹ ਆਪਣੀ ਗੱਦੀ 'ਤੇ ਬੈਠਾ ਨਹੀਂ ਰਹਿ ਸਕਦਾ ਤੇ ਉਹ ਖੁਦ ਆਪਣੀ ਗੱਦੀ ਵਾਪਸ ਲੈ ਸਕਦੇ ਹਨ। ਭਾਵੇਂ ਇਹ ਬਹੁਤ ਬੜੀ ਹਿੰਮਤ ਤੇ ਪ੍ਰਾਪਤੀ ਸੀ, ਪਰ ਜੋ ਸਰਕਾਰ ਮੁੜ ਬਣਾਈ ਉਹ ਬਹੁਤ ਕਮਜ਼ੋਰ ਸੀ। ਕਾਂਗਰਸ ਜਦ ਚਾਹੇ ਸਰਕਾਰ ਤੋੜ ਸਕਦੀ ਸੀ। ਛੇਤੀ ਇੰਝ ਹੀ ਹੋਇਆ। ਚੰਦਰ ਸ਼ੇਖਰ ਨਾਲ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੇਰੀਆਂ ਕਾਫੀ ਮੀਟਿੰਗਾਂ ਹੋਈਆਂ। ਇਹਨਾਂ ਵੀ ਇਕਨੋਮਿਕ ਐਡਵਾਈਜ਼ਰੀ ਕੌਂਸਲ ਉਹੀ ਰੱਖੀ, ਪਰ ਬਦਕਿਸਮਤੀ ਨਾਲ ਪ੍ਰੋਫੈਸਰ ਸੁਖਮੋਏ ਚੱਕਰਵਰਤੀ ਅਚਾਨਕ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦੀ ਥਾਂ ਡਾਕਟਰ ਬਿਮਲ ਜਲਾਨ, ਜੋ ਪਹਿਲੋਂ ਵਿੱਤ ਸਕੱਤਰ ਸਨ, ਨੂੰ ਇਸ ਕੌਂਸਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਪ੍ਰਧਾਨ ਦੀ ਇਹ ਨਿਯੁਕਤੀ ਪਹਿਲੀ ਵਾਰ ਇੱਕ ਅਸਾਮੀ ਦੇ ਤੌਰ 'ਤੇ ਹੋਈ ਸੀ। ਇਸ ਤੋਂ ਪਹਿਲਾਂ ਹਰ ਕੋਈ ਆਪੋ ਆਪਣੀ ਅਸਾਮੀ 'ਤੇ ਕੰਮ ਕਰ ਰਿਹਾ ਸੀ। ਮੈਂ ਖੇਤੀ ਲਾਗਤ ਤੇ ਕੀਮਤਾਂ ਦੇ ਕਮਿਸ਼ਨ ਦਾ ਚੇਅਰਮੈਨ ਸਨ। ਡਾਕਟਰ ਰੰਗਰਾਜਨ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਸਨ। ਡਾਕਟਰ ਕ੍ਰਿਤ ਪਾਰਕ ਇੰਦਰਾ ਗਾਂਧੀ ਇੰਸਟੀਚਿਊਟ ਬੰਬਈ ਦਾ ਡਾਇਰੈਕਟਰ ਸੀ ਤੇ ਡਾਕਟਰ ਕੇਨ ਰਾਜ ਰਿਟਾਇਰਡ ਹੋ ਕੇ ਬੰਗਲੌਰ ਇੱਕ ਇੰਸਟੀਚਿਊਟ ਵਿੱਚ ਪ੍ਰੋਫੈਸਰ ਐਮੈਰਿਟਸ ਸਨ। ਡਾਕਟਰ ਚੱਕਰਵਰਤੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸੀਨੀਅਰ ਪ੍ਰੋਫੈਸਰ ਸਨ। ਕੋਈ ਆਦਮੀ ਇੱਥੋਂ ਤਨਖਾਹ ਨਹੀਂ ਸੀ ਲੈਂਦਾ। ਡਾਕਟਰ ਬਿਮਲ ਜਲਾਨ ਨੂੰ ਸ਼ਾਇਦ ਵਿੱਤ ਸਕੱਤਰ ਦੀ ਅਸਾਮੀ ਤੋਂ ਲਾਂਭੇ ਕਰਨ ਵਾਸਤੇ ਹੀ ਉਹਨਾਂ ਨੂੰ ਪੂਰੀ ਤਨਖਾਹ ਉੱਤੇ ਚੇਅਰਮੈਨ ਲਾਇਆ ਸੀ। ਬਿਮਲ ਜਲਾਨ ਬਹੁਤ ਕਾਬਲ ਆਦਮੀ ਸਨ ਤੇ ਸੁਭਾਅ ਵੀ ਬੜਾ ਅੱਛਾ ਸੀ, ਪਰ ਡਾਕਟਰ ਚੱਕਰਵਰਤੀ ਦਾ ਕੁਝ ਆਪਣਾ ਹੀ ਇਮੇਜ ਸੀ ਤੇ ਉਹਨਾਂ ਦੀ ਆਪਣੀ ਸ਼ਖਸੀਅਤ ਸੀ, ਜਿਸ ਨਾਲ ਇਸ ਕੌਂਸਲ ਦਾ ਦਰਜਾ ਤੇ ਵਕਾਰ ਬਹੁਤ ਉੱਚਾ ਸੀ। ਮੇਰੇ ਵਿਚਾਰ ਵਿੱਚ ਇਸ ਕੌਂਸਲ ਦਾ ਉਹ ਸਟੇਟਸ ਨਹੀਂ ਸੀ ਰਿਹਾ ਜੋ ਪਹਿਲੋਂ ਸੀ। ਚੰਦਰ ਸ਼ੇਖਰ ਨਾਲ ਕੌਂਸਲ ਦੀ ਇੱਕ ਹੀ ਮੀਟਿੰਗ ਹੋਈ। ਉਸ ਤੋਂ ਬਾਅਦ ਇਹ ਸਰਕਾਰ ਵੀ ਟੁੱਟ ਗਈ। ਇਸ ਮੀਟਿੰਗ ਵਿੱਚ ਇਹ ਸਪਸ਼ਟ ਸੀ ਕਿ ਸਰਕਾਰ ਆਪਣੀ ਅੰਤਰਰਾਸ਼ਟਰੀ ਕਰਜ਼ਿਆਂ ਦੇ ਬਣਦੇ ਮੂਲ ਤੇ ਵਿਆਜ ਦੀ ਅਦਾਇਗੀ ਨਿਸ਼ਚਿਤ ਸਮੇਂ 'ਤੇ ਅਦਾ ਕਰਨ ਤੋਂ ਆਪਣੇ ਆਪ ਨੂੰ ਅਸਮਰਥ ਸਮਝਦੀ ਸੀ। ਵਿਦੇਸ਼ੀ ਪੂੰਜੀ ਦਾ ਭੰਡਾਰ $1 ਬਿਲੀਅਨ ਤੋਂ ਵੀ ਘਟ ਗਿਆ ਸੀ, ਜੋ ਮਸਾਂ ਹਫ਼ਤੇ 10 ਦਿਨ ਦੀ ਦਰਾਮਦ ਯੋਗ ਹੀ ਸੀ। ਪ੍ਰਸ਼ਾਸਨ ਤੇ ਸਰਕਾਰੀ ਅਰਥਸ਼ਾਸਤਰੀਆਂ ਵੱਲੋਂ ਇਹ ਜ਼ਰੂਰੀ ਸਮਝਿਆ ਜਾ ਰਿਹਾ ਸੀ ਕਿ ਅਦਾਇਗੀ ਨਾ ਕੀਤੀ ਜਾਏ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਚੀਫ ਇਕਨੋਮਿਕ ਐਡਵਾਈਜ਼ਰ ਸਰਦਾਰ ਮਨਮੋਹਨ ਸਿੰਘ ਵੀ ਸਨ ਤੇ ਜਾਰਜ ਫਰਨਾਂਡਿਸ ਤੇ ਸੁਬੋਧ ਕਾਂਤ ਸਹਾਈ ਵੀ ਸਨ। ਕੌਂਸਲ ਦਾ ਇਹ ਮਸ਼ਵਰਾ ਸੀ ਕਿ ਭਾਰਤ ਨੂੰ ਆਪਣੀਆਂ ਬਣਦੀਆਂ ਅਦਾਇਗੀਆਂ ਵਕਤ ਸਿਰ ਕਰਨੀਆਂ ਜ਼ਰੂਰੀ ਹਨ, ਨਹੀਂ ਤਾਂ ਕਿਸੇ ਵੀ ਅੰਤਰਰਾਸ਼ਟਰੀ ਕਰਜ਼ ਵਾਸਤੇ ਦਰਵਾਜ਼ੇ ਬੰਦ ਹੋ ਜਾਣਗੇ ਤੇ ਦੇਸ਼ ਦੇ ਸਵੈਮਾਨ ਨੂੰ ਤੇ ਇਹਦੀ ਅੰਤਰਰਾਸ਼ਟਰੀ ਰੇਟਿੰਗ ਨੂੰ ਸਖਤ ਧੱਕਾ ਲੱਗੇਗਾ। ਕੁਝ ਵੀ ਕਰਨਾ ਪਏ, ਅਦਾਇਗੀਆਂ ਜ਼ਰੂਰੀ ਕਰਨੀਆਂ ਬਣਦੀਆਂ ਹਨ। ਸ੍ਰੀ ਮਨਮੋਹਨ ਸਿੰਘ ਵੀ ਇਸੇ ਰਾਏ ਦੇ ਸਨ। ਮੈਨੂੰ ਬਾਅਦ 'ਚ ਤਸੱਲੀ ਹੋਈ ਜਦ ਸਰਕਾਰ ਨੇ ਸੋਨਾ ਗਹਿਣੇ ਰੱਖ ਕੇ ਇਹ ਅਦਾਇਗੀਆਂ ਵਕਤ ਸਿਰ ਕੀਤੀਆਂ ਤੇ ਡਿਫਾਲਟ ਨਹੀਂ ਕੀਤਾ। ਚੰਦਰ ਸ਼ੇਖਰ ਕਾਫੀ ਹੰਢੇ ਹੋਏ ਨੇਤਾ ਹਨ। ਇਹ ਦੇਸ਼ ਦੀਆਂ ਸਮੱਸਿਆਵਾਂ ਭਾਂਤ ਸਮਝਦੇ ਹਨ। ਹਰ ਮਸਲੇ 'ਤੇ ਆਪਣੀ ਰਾਏ ਰੱਖਦੇ ਹਨ, ਜੋ ਆਮ ਤੌਰ 'ਤੇ ਦੂਜੇ ਦੀ ਗੱਲ ਧਿਆਨ ਨਾਲ ਸੁਣਨ ਵਿੱਚ ਇੱਕ ਅੜਿੱਕਾ ਬਣ ਜਾਂਦੀ ਹੈ। ਇਹ ਮੀਟਿੰਗ ਵਿੱਚ ਸੁਣਦੇ ਘੱਟ ਸੀ, ਕਹਿੰਦੇ ਜ਼ਿਆਦਾ ਸੀ, ਬਹਿਸ ਘੱਟ ਕਰਦੇ ਸੀ। ਆਪਣੀ ਦਲੀਲ 'ਤੇ
ਫੈਸਲੇ ਤੇ ਪਹਿਲਾਂ ਹੀ ਪਰਪੱਕ ਹੁੰਦੇ ਸੀ। ਇਹਨਾਂ ਨੂੰ ਸਲਾਹ ਦੇਣਾ ਜ਼ਰਾ ਔਖਾ ਕੰਮ ਸੀ। ਉਂਝ ਖੁਸ਼ ਤਬੀਅਤ ਸਨ। ਮੇਰੇ ਅੰਦਾਜ਼ੇ 'ਚ VP ਸਿੰਘ ਨਾਲੋਂ ਇਹ ਵੱਧ ਸਮਝਦਾਰ, ਜ਼ਿਆਦਾ ਜਾਗਰਤ ਇਨਸਾਨ ਸਨ। ਸਿਆਸੀ ਖਿੱਚਾਂ ਤਾਂ ਹਰ ਲੀਡਰਾਂ ਨੂੰ ਹੁੰਦੀਆਂ ਹਨ ਜੋ ਨਿਰਪੱਖ ਫੈਸਲੇ ਕਰਨ 'ਚ ਹਾਇਲ ਹੁੰਦੀਆਂ ਹਨ, ਪਰ ਇਸ ਆਦਮੀ 'ਚ ਦੇਸ਼ ਹਿੱਤ ਜ਼ਿਆਦਾ ਪ੍ਰਬਲ ਦਿਖਾਈ ਦਿੰਦੇ ਸਨ। ਚੰਦਰ ਸ਼ੇਖਰ ਨਾਲ ਉਂਝ ਹੋਰ ਸਬੰਧ ਵਿੱਚ ਮੇਰੀਆਂ ਕਾਫੀ ਮੁਲਾਕਾਤਾਂ ਹੋਈਆਂ। ਸਰਕਾਰ ਵਿੱਚ ਇਮੇਜ ਬਣ ਗਿਆ ਸੀ ਕਿ ਮੈਂ ਖੇਤੀ ਨਾਲ ਸੰਬੰਧਿਤ ਪੱਖਾਂ 'ਤੇ ਸੁਡੌਲ ਸਲਾਹ ਦੇ ਸਕਦਾ। ਇਸ ਕਰਕੇ ਪ੍ਰਧਾਨ ਮੰਤਰੀ ਨਾਲ ਖੇਤੀਬਾੜੀ ਨਾਲ ਸੰਬੰਧਿਤ ਪਾਲਿਸੀ ਦੀ ਕੋਈ ਵੀ ਮੀਟਿੰਗ ਹੋਵੇ, ਮੈਨੂੰ ਨਿੱਜੀ ਹੈਸੀਅਤ ਵਿੱਚ ਬੁਲਾ ਲਿਆ ਜਾਂਦਾ ਸੀ। ਇਸ ਕਰਕੇ ਖਾਦਾਂ ਦੀ ਨੀਤੀ ਤੋਂ ਲੈ ਕੇ ਐਗਰੀਕਲਚਰਲ ਪਾਲਿਸੀ ਦੀਆਂ ਸਭ ਮੀਟਿੰਗਾਂ ਵਿੱਚ ਪ੍ਰਧਾਨ ਮੰਤਰੀ ਨਾਲ ਮੈਨੂੰ ਮੁਲਾਕਾਤਾਂ ਦਾ ਮੌਕਾ ਮਿਲਿਆ।